सत श्री अकाल जी। मैं डॉक्टर मनदीप कौर, पंजाबी विभाग, हंसराज महिला महाविद्यालय जलंधर। लोक नाच MA ਸਮੈਸਟਰ ਪਹਿਲਾ ਦੇ ਸਿਲੇਬਸ ਦਾ ਹਿੱਸਾ ਹੈ ਅਤੇ ਪੇਪਰ ਦੇ ਵਿੱਚ ਲੋਕ ਨਾਚ ਨਾਲ ਸੰਬੰਧਿਤ ਪ੍ਰਸ਼ਨ ਕਈ ਤਰੀਕਿਆਂ ਨਾਲ ਪੁੱਛੇ ਜਾ ਸਕਦੇ ਹਨ, ਜਿਵੇਂ ਲੋਕ ਨਾਚ ਦੀ ਪਰਿਭਾਸ਼ਾ ਅਤੇ ਵਿਸ਼ੇਸ਼ਤਾਵਾਂ ਦੱਸੋ, ਜਾਂ ਲੋਕ ਨਾਚ ਨੂੰ ਪਰਿਭਾਸ਼ਿਤ ਕਰਦੇ ਹੋਏ ਇਸ ਦੀਆਂ ਕਿਸਮਾਂ ਬਾਰੇ ਦੱਸੋ। ਅਸੀਂ ਅੱਜ ਲੋਕ ਨਾਚ ਦੀ ਪਰਿਭਾਸ਼ਾ, ਵਿਸ਼ੇਸ਼ਤਾਵਾਂ ਅਤੇ ਕਿਸਮਾਂ ਸੰਬੰਧੀ ਗੱਲਬਾਤ ਕਰਾਂਗੇ। ਲੋਕ ਨਾਚ ਹੈ ਕਿ ਪ੍ਰਾਚੀਨ ਕਾਲ ਤੋਂ ਮਨੁੱਖ ਦਾ ਨਾਚ ਦੇ ਨਾਲ ਸੰਬੰਧ ਰਿਹਾ ਹੈ। ਮਨੁੱਖੀ ਮਨ ਦੇ ਚਾਅ, ਭਾਵ, ਵਲਵਲੇ, ਇਹਨਾਂ ਨੂੰ ਸਰੀਰਕ ਅੰਗਾਂ ਦੀਆਂ ਹਰਕਤਾਂ ਦੁਆਰਾ ਪ੍ਰਗਟ ਕਰਕੇ ਉਹ ਇੱਕ ਮਨ ਦੇ ਭਾਵਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਵੱਖਰੇ ਵੱਖਰੇ ਵਿਦਵਾਨ ਲੋਕ ਨਾਚ ਦੀਆਂ ਵੱਖਰੀਆਂ ਵੱਖਰੀਆਂ ਪਰਿਭਾਸ਼ਾਵਾਂ ਦਿੰਦੇ ਆ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਲੋਕ ਨਾਚ ਜਾਤੀ ਦੇ ਚਰਿੱਤਰ ਤੇ ਸਮੂਹਕ ਜਜ਼ਬਿਆਂ ਦਾ, ਅੰਗਾਂ ਦਾ ਤਾਲਬੱਧ ਲਹਿਰਾਓ ਤੇ ਹਾਵਾਂ ਭਾਵਾਂ ਦੇ ਰਾਹੀਂ ਇੱਕ ਪ੍ਰਗਟਾਓ ਆ, ਇੱਕ ਪ੍ਰਗਟਾ ਦਾ ਢੰਗ ਆ ਲੋਕ ਨਾਚ। ਜੋਗਿੰਦਰ ਸਿੰਘ ਕਹਿੰਦੇ ਆ ਕਿ ਲੋਕ ਨਾਚ ਉਹ ਨਾਚ ਹੈ ਜਿਸ ਨੂੰ ਆਮ ਲੋਕੀ ਨੱਚਦੇ ਹੋਣ, ਜਿਸ ਵਿੱਚ ਇਲਾਕੇ ਦੇ ਆਮ ਲੋਕੀ ਆਪਣੀਆਂ ਖੁਸ਼ੀਆਂ, ਸੱਧਰਾਂ, ਮਨ ਦੀਆਂ ਭਾਵਨਾਵਾਂ ਅਤੇ ਵਲਵਲੇ ਦਰਸਾਉਂਦੇ ਆ। ਲੋਕ ਨਾਚ ਆਪਣੇ ਇਲਾਕੇ ਦੀ ਸੱਭਿਅਤਾ ਦਾ ਇੱਕ ਦਰਪਣ ਹੁੰਦਾ ਆ, ਇੱਕ ਸ਼ੀਸ਼ਾ ਹੁੰਦਾ ਹੈ, ਜਿਹਦੇ ਵਿੱਚੋਂ ਲੋਕਾਂ ਦੀ ਖੁਸ਼ੀ ਦੀ ਤਰੰਗ ਸਾਨੂੰ ਵੇਖਣ ਨੂੰ ਮਿਲਦੀ ਹੈ। ਔਰ ਪੰਜਾਬੀ ਲੋਕਾਂ ਦੀ ਧੜਕਦੀ ਜਿੰਦ ਜਾਨ ਦੀ ਪਹਿਚਾਣ ਲੋਕ ਨਾਚਾਂ ਦੇ ਵਿੱਚੋਂ ਹੁੰਦੀ ਆ। ਵਿਭਿੰਨ ਖੁਸ਼ੀ ਦੇ ਮੌਕਿਆਂ 'ਤੇ ਪੰਜਾਬੀ ਲੋਕ ਆਪਣੀਆਂ ਭਾਵਨਾਵਾਂ ਦਾ, ਸੱਧਰਾਂ ਦਾ, ਵਲਵਲਿਆਂ ਦਾ ਪ੍ਰਗਟਾਵਾ ਨੱਚ ਕੇ ਕਰਦੇ ਆ। ਚਾਹੇ ਜੰਮਣ ਬੱਚਾ ਪੈਦਾ ਹੁੰਦਾ ਜਦੋਂ ਉਹ ਟਾਈਮ ਹੋਵੇ, ਚਾਹੇ ਵਿਆਹ ਸ਼ਾਦੀ ਦੇ ਦਿਨ ਹੋਣ, ਮੇਲਿਆਂ ਤਿਉਹਾਰਾਂ ਦੇ ਦਿਨ ਹੋਣ, ਤਾਂ ਸਾਰੇ ਲੋਕ ਇਕੱਠੇ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਲੋਕ ਨਾਚਾਂ ਦੇ ਰਾਹੀਂ ਕਰਦੇ ਆ। ਜਿਸ ਵੀ ਸ਼ਬਦ ਦੇ ਨਾਲ ਲੋਕ ਲੱਗ ਜਾਂਦਾ ਹੈ ਨਾ, ਉਹ ਚੀਜ਼ ਲੋਕਾਂ ਦੀ ਸਾਂਝੀ ਹੋ ਜਾਂਦੀ ਹੈ। ਲੋਕ ਨਾਚ ਦਾ ਮਤਲਬ ਉਹ ਨਾਚ ਜਿਹੜਾ ਕਿਸੇ ਨਿਯਮਾਂ ਦੇ ਵਿੱਚ ਬੱਝਾ ਹੋਇਆ ਨਹੀਂ, ਜਿਹੜਾ ਕੁਛ ਖਾਸ ਤਬਕੇ ਤੱਕ ਸੀਮਤ ਨਹੀਂ, ਜਿਹੜਾ ਕੁਛ ਕੋਈ ਕਲਾਸਕੀ ਨਹੀਂ ਹੈਗਾ। ਲੋਕ ਨਾਚ ਉਹ ਆ ਜਿਹੜਾ ਲੋਕਾਂ ਦਾ ਆ। ਸੋ ਇਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚੋਂ ਇਹਦੀ ਸਹੀ ਮਾਇਨੇ ਦੇ ਵਿੱਚ ਇਹਦੀ ਜਿਹੜੀ ਪਰਿਭਾਸ਼ਾ ਆ ਜਾਂ ਲੋਕ ਨਾਚ ਹੁੰਦੇ ਕੀ ਆ, ਤੁਹਾਨੂੰ ਇਹਦੀ ਸਮਝ ਲੱਗੇਗੀ। ਪੁਆਇੰਟ ਫਸਟ ਹੈ ਜੀ, ਲੋਕ ਨਾਚ ਬਨਾਵਟੀ ਨਹੀਂ ਹੁੰਦਾ। ਪੰਜਾਬੀ ਲੋਕ ਨਾਚ ਵਿੱਚ ਬਨਾਵਟ ਦੇ ਅੰਸ਼ ਕੋਈ ਨਹੀਂ ਹੁੰਦੀ, ਇਹਦੇ ਵਿੱਚ ਮੌਲਿਕਤਾ ਹੁੰਦੀ ਹੈ ਔਰ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਸੁਭਾਅ ਅਤੇ ਸੂਰਬੀਰਤਾ ਦਾ ਇੱਕ ਪ੍ਰਗਟਾਵਾ ਹੁੰਦਾ ਹੈ। ਇਹ ਕੋਈ ਨਿਯਮਾਂ ਦੇ ਵਿੱਚ ਬੱਝਿਆ ਹੋਇਆ ਨਾਚ ਨਹੀਂ ਹੈਗਾ। ਦੱਖਣ ਦੇ ਲੋਕ ਨਾਚ ਵਾਂਗ ਕਲਾਸਕੀ ਰੂਪ ਨਹੀਂ ਹੈਗਾ ਇਹਦਾ। ਇਹੋ ਕਾਰਨ ਹੈ ਕਿ ਇੱਥੋਂ ਦੀ ਹਰ ਕਲਾ, ਭਾਵੇਂ ਉਹ ਲੋਕ ਨਾਚ ਜਾਂ ਰਾਗ, ਰਵਾਂ ਰਵੀ ਲੋਕ ਜੀਵਨ ਨੂੰ ਪੇਸ਼ ਕਰਦੀ ਹੈ। ਰਵਾਂ ਰਵੀ ਪੇਸ਼ ਕਰਦੀ ਮਤਲਬ ਮੌਲਿਕ ਰੂਪ ਵਿੱਚ ਲੋਕ ਜੀਵਨ ਦਾ ਇੱਕ ਹਿੱਸਾ ਹੈ। ਇਹਦੇ ਵਿੱਚ ਮੌਲਿਕਤਾ ਹੈਗੀ ਆ। ਇਹਦਾ ਵਿਕਾਸ ਕੁਦਰਤੀ ਪੱਧਰ 'ਤੇ ਹੁੰਦਾ ਹੈ। ਇਹਦੇ ਵਿੱਚ ਕੁਛ ਵੀ ਆਰਟੀਫਿਸ਼ੀਅਲ, ਕੁਛ ਵੀ ਫਾਰਮਲ, ਕੁਛ ਵੀ ਬਨਾਵਟੀ ਜਾਂ ਓਪਰਾਪਨ ਨਹੀਂ ਹੁੰਦਾ। ਸੋ ਲੋਕ ਨਾਚ ਬਨਾਵਟੀ ਨਹੀਂ ਹੁੰਦੀ। ਸਾਡੇ ਮਨ ਦੇ ਭਾਵ ਆ, ਉਹਨਾਂ ਨੂੰ ਪ੍ਰਗਟਾਉਣ ਦੇ ਲਈ ਅਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਉਹਨੂੰ ਪ੍ਰਗਟਾਵਾ ਕਰ ਸਕਦੇ ਹਾਂ। ਕੋਈ ਨਿਯਮਾਂ ਦੇ ਵਿੱਚ ਬੱਝ ਕੇ ਉਹ ਪ੍ਰਗਟਾਵਾ ਅਸੀਂ ਨਹੀਂ ਕਰਦੇ। ਪੁਸ਼ਾਕ, ਪੰਜਾਬੀ ਲੋਕ ਨਾਚਾਂ ਵਾਸਤੇ ਕਿਸੇ ਵਿਸ਼ੇਸ਼ ਪੁਸ਼ਾਕ ਦੀ ਲੋੜ ਨਹੀਂ ਹੁੰਦੀ। ਪੰਜਾਬੀ ਨੌਜਵਾਨ, ਪੰਜਾਬੀ ਮੁਟਿਆਰਾਂ ਜਿਹੜਾ ਪਹਿਰਾਵਾ ਪਹਿਨਦੇ ਆ, ਉਸੇ ਪਹਿਰਾਵੇ ਦੇ ਵਿੱਚ ਇਹ ਨਾਚ ਨੱਚਿਆ ਜਾ ਸਕਦਾ ਹੈ। ਖੁਸ਼ੀ ਦੇ ਮੌਕਿਆਂ 'ਤੇ ਨੋ ਡਾਊਟ ਅੱਛੇ ਕੱਪੜੇ, ਵਧੀਆ ਕੱਪੜੇ ਪਾਏ ਜਾਂਦੇ ਆ, ਪਰ ਫਿਰ ਵੀ ਲੋਕ ਨਾਚ ਨੂੰ ਨੱਚਣ ਲਈ, ਗਿੱਧਾ ਜਾਂ ਭੰਗੜਾ ਕਰਨਾ ਹੋਵੇ, ਘਰਾਂ ਦੇ ਵਿੱਚ ਖੁਸ਼ੀ ਦੇ ਮੌਕਿਆਂ 'ਤੇ ਨੱਚਣ ਦੇ ਲਈ ਇਹ ਕੋਈ ਵੀ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਖਾਸ ਜਾਂ ਵਿਸ਼ੇਸ਼ ਕਿਸਮ ਦੀ ਪੋਸ਼ਾਕ ਪਹਿਨ ਕੇ ਹੀ ਨਾਚ ਨੂੰ ਨੱਚ ਸਕਦੇ ਹੋ। ਨਹੀਂ, ਇਹ ਲੋਕ ਨਾਚ ਹੈ, ਲੋਕਾਂ ਦਾ ਆ। ਇਹਨੂੰ ਖੁੱਲ੍ਹੇ ਡੁੱਲੇ ਤਰੀਕੇ ਦੇ ਨਾਲ ਜੋ ਵੀ ਤੁਸੀਂ ਪਹਿਰਾਵਾ ਪਾਇਆ ਹੋਇਆ, ਉਸੇ ਪਹਿਰਾਵੇ ਦੇ ਵਿੱਚ ਇਸ ਨੂੰ ਨੱਚਿਆ ਜਾ ਸਕਦਾ। ਲੋਕ ਮਨ ਦੀ ਅਭਿਵਿਅਕਤੀ, ਲੋਕ ਮਨ ਦੀ ਅਭਿਵਿਅਕਤੀ ਮਤਲਬ ਲੋਕ ਮਨ ਦੀਆਂ ਭਾਵਾਂ ਦਾ ਪ੍ਰਗਟਾਵਾ ਹੁੰਦਾ ਲੋਕ ਨਾਚ। ਇਹਦੇ ਲਈ ਕਿਸੇ ਵੀ ਸਟੇਜ ਦੀ ਸਜਾਵਟ ਦੀ ਜਾਂ ਕੁਛ ਇੱਦਾਂ ਦੀ ਜ਼ਰੂਰਤ ਨਹੀਂ। ਖੁੱਲ੍ਹੇ ਥਾਂ 'ਤੇ, ਚਾਹੇ ਉਹ ਖੇਤ ਹੋਵੇ, ਚਾਹੇ ਕਿਸੇ ਦਰਖਤ ਦੀ ਛਾਂ ਹੇਠ ਜਗ੍ਹਾ ਹੋਵੇ, ਉੱਥੇ ਇਸ ਨਾਚ ਨੂੰ ਨੱਚਿਆ ਜਾਂਦਾ, ਭਾਵਾਂ ਦਾ ਪ੍ਰਗਟਾਵਾ ਕੀਤਾ ਜਾਂਦਾ। ਵਿਸ਼ੇਸ਼ ਸਾਜ਼ ਦੀ ਵੀ ਇਸ ਲੋਕ ਨਾਚ ਦੇ ਵਿੱਚ ਲੋੜ ਨਹੀਂ ਪੈਂਦੀ। ਬੇਸ਼ੱਕ ਗਿੱਧੇ ਭੰਗੜੇ ਦੇ ਵਿੱਚ ਕੁਛ ਸਾਜ਼ ਹੁਣ ਸਟੇਜ ਦੇ ਉੱਪਰ ਜਦੋਂ ਗਿੱਧਾ ਭੰਗੜਾ ਕੀਤਾ ਜਾਂਦਾ ਤਾਂ ਵਰਤੇ ਵੀ ਜਾਂਦੇ ਨੇ, ਪਰ ਬਿਨਾਂ ਸਾਜ਼ਾਂ ਦੇ ਵੀ
ਘਰਾਂ ਦੀਆਂ ਸੁਆਣੀਆਂ ਜੇ ਤੁਸੀਂ ਦੇਖੋ ਤਾਂ ਬਿਨਾਂ ਕਿਸੇ ਸਾਜ਼ ਦੇ ਗਿੱਧੇ ਦੇ ਵਿੱਚ ਬੋਲੀਆਂ ਦੇ ਨਾਲ ਜਾਂ ਫਿਰ ਗਿੱਧਾ ਪਾ ਕੇ ਤਾੜੀਆਂ ਵਜਾ ਕੇ ਮੂੰਹ 'ਚੋਂ ਆਵਾਜ਼ਾਂ ਕੱਢ ਕੇ ਇੱਕ ਸੰਗੀਤਕ ਲੈਅ ਪੈਦਾ ਕਰ ਦਿੰਦੀਆਂ ਨੇ। ਜੇ ਖੁਸ਼ੀ ਦੇ ਵਿੱਚ ਨੌਜਵਾਨ ਨੱਚਦੇ ਦੇਖੋ ਤਾਂ ਉਹ ਵੀ ਜਦੋਂ ਭੰਗੜਾ ਪਾਉਂਦੇ ਨੇ ਮੂੰਹ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਇੱਕ ਸੰਗੀਤਕ ਮਾਹੌਲ ਪੈਦਾ ਕਰ ਦਿੰਦੇ ਨੇ। ਸੋ ਲੋਕ ਨਾਚ ਕਿਸੇ ਵੀ ਸਾਜ਼ ਸੰਗੀਤ ਦਾ ਮੁਹਤਾਜ ਨਹੀਂ ਹੁੰਦੇ। ਪੰਜਾਬੀ ਲੋਕ ਨਾਚ ਵਿੱਚ ਲੌਕਿਕਤਾ ਹੁੰਦੀ ਹੈ, ਮਤਲਬ ਪੰਜਾਬੀ ਲੋਕ ਨਾਚਾਂ ਦਾ ਸੁਭਾਅ ਜਿਹੜਾ ਉਹ ਲੌਕਿਕ ਹੈ। ਉਹਨਾਂ ਉੱਤੇ ਕਿਸੇ ਧਰਮ ਜਾਤ ਦਾ ਪ੍ਰਭਾਵ ਨਹੀਂ ਹੈਗਾ। ਕਿਸੇ ਵੀ ਧਰਮ ਕਿਸੇ ਵੀ ਜਾਤ ਦਾ ਲੋਕ ਜਿਹੜੇ ਹੈਗੇ ਆ ਉਹ ਲੋਕ ਨਾਚ ਨੂੰ ਨੱਚ ਸਕਦੇ ਆ। ਕੋਈ ਇੱਦਾਂ ਦੀ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਵਿਸ਼ੇਸ਼ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਉਹੀ ਪੰਜਾਬੀ ਜਿਹੜੇ ਆ ਲੋਕ ਨਾਚ ਨੂੰ ਨੱਚ ਸਕਦੇ ਆ। ਗਿੱਧਾ ਭੰਗੜਾ ਝੂਮਰ ਸੰਮੀ ਇਹਨਾਂ ਨੂੰ ਪਾਉਣ ਲੱਗਿਆਂ ਬਿਨਾਂ ਕਿਸੇ ਜਾਤ ਧਰਮ ਦੇ ਵਿਤਕਰੇ ਦੇ ਇਸ ਨਾਚ ਨੂੰ ਸਮੂਹ ਦੇ ਵਿੱਚ ਇਹਨਾਂ ਨੂੰ ਨੱਚਿਆ ਜਾ ਸਕਦਾ ਹੈ। ਇਹ ਸੀ ਲੋਕ ਨਾਚ ਦੀਆਂ ਵਿਸ਼ੇਸ਼ਤਾਵਾਂ। ਔਰ ਲੋਕ ਨਾਚ ਕਈ ਤਰ੍ਹਾਂ ਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਛ ਲੋਕ ਨਾਚਾਂ ਦਾ ਜਿਨ੍ਹਾਂ ਦਾ ਵਰਣਨ ਅਸੀਂ ਕਰਨ ਲੱਗੇ ਹਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਹੈ ਭੰਗੜਾ। ਭੰਗੜਾ ਪੰਜਾਬ ਦੇ ਨੌਜਵਾਨਾਂ ਦਾ ਪ੍ਰਮੁੱਖ ਅਤੇ ਹਰਮਨ ਪਿਆਰਾ ਲੋਕ ਨਾਚ ਹੈ। ਨੌਜਵਾਨਾਂ ਦਾ ਲੋਕ ਨਾਚ ਹੈ ਔਰ ਇਹਦੇ ਵਿੱਚ ਨਚਾਰ ਜਿਹੜੇ ਹੁੰਦੇ ਉਹਨਾਂ ਦੀ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਜਦੋਂ ਵੀ ਖੁਸ਼ੀ ਦਾ ਮੌਕਾ ਆਉਂਦਾ ਬੱਚੇ ਨੌਜਵਾਨ ਬਜ਼ੁਰਗ ਕਿਸੇ ਵੀ ਉਮਰ 'ਚ ਹੋਣ ਉਹ ਭੰਗੜਾ ਪਾ ਸਕਦੇ ਆ। ਭੰਗੜੇ ਦੇ ਵਿੱਚ ਉਹਨਾਂ ਦਾ ਜੋਸ਼ ਵੇਖਣ ਨੂੰ ਮਿਲਦਾ ਆ, ਉਹਨਾਂ ਦੀ ਖੁਸ਼ੀ ਦੇਖਣ ਨੂੰ ਮਿਲਦੀ ਆ, ਵੀਰ ਰਸ ਵੇਖਣ ਨੂੰ ਮਿਲਦਾ ਆ। ਸੋ ਪੰਜਾਬੀਆਂ ਦੇ ਵਿੱਚ ਉਹ ਜੋਸ਼ ਉਹ ਤਾਲ ਉਹ ਸਾਰਾ ਕੁਛ ਹੈਗਾ ਜੋ ਇਸ ਲੋਕ ਨਾਚ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਆ। ਹੋਰ ਕੋਈ ਲੋਕ ਨਾਚ ਸ਼ਾਇਦ ਹੀ ਇਸ ਦਾ ਮੁਕਾਬਲਾ ਕਰ ਸਕੇ। ਇਹ ਕਿਸਾਨੀ ਜੀਵਨ ਦੇ ਨਾਲ ਵੀ ਸੰਬੰਧਿਤ ਹੈ। ਜਦੋਂ ਇੱਕ ਫਸਲ ਪੱਕ ਜਾਂਦੀ ਹੈ ਤਾਂ ਕਿਸਾਨ ਪੱਕੀ ਹੋਈ ਫਸਲ ਨੂੰ ਦੇਖ ਕੇ ਆਪਣੀ ਮਿਹਨਤ ਨੂੰ ਦੇਖ ਕੇ ਜਦੋਂ ਆਪਣੀ ਫਸਲ ਨੂੰ ਦੇਖਦਾ ਹੈ ਤਾਂ ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਉਹ ਆਪਣੀ ਖੁਸ਼ੀ ਦੇ ਪ੍ਰਗਟਾਵੇ ਦੇ ਲਈ ਜੋਸ਼ ਦੇ ਨਾਲ ਖੁਸ਼ੀ ਦੇ ਨਾਲ ਆਪਣੇ ਵਲਵਲਿਆਂ ਨੂੰ ਭਾਵਾਂ ਨੂੰ ਭੰਗੜੇ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਬੱਚੇ ਦੇ ਜਨਮ 'ਤੇ ਵਿਆਹ 'ਤੇ ਮੇਲੇ ਤਿਉਹਾਰਾਂ 'ਤੇ ਇਹ ਨਾਚ ਨੱਚਿਆ ਜਾਂਦਾ ਹੈ। ਬਾਹਾਂ ਦੇ ਨਾਲ ਮੂੰਹ ਦੇ ਨਾਲ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਢੋਲ ਦੇ ਡੱਗੇ ਦੇ ਉੱਤੇ ਤਾਲ ਦੇ ਉੱਤੇ ਇਸ ਨਾਚ ਨੂੰ ਨੱਚਿਆ ਜਾ ਸਕਦਾ। ਭੰਗੜੇ ਦੇ ਲਈ ਕਈ ਬੋਲੀਆਂ ਵੀ ਪਾਈਆਂ ਜਾਂਦੀਆਂ। ਕੁਛ ਬੋਲੀਆਂ ਹੈਗੀਆਂ ਜਿਨ੍ਹਾਂ ਦਾ ਤੁਹਾਨੂੰ ਇਸ ਦੇ ਵਿੱਚ ਉਦਾਹਰਨ ਵਜੋਂ ਵੇਖਣ ਨੂੰ ਮਿਲ ਰਹੀਆਂ ਨੇ, ਜਿਵੇਂ ਕਣਕਾਂ ਦੇ ਮੂੰਹ 'ਤੇ ਆ ਗਈ ਲਾਲੀ ਖੁਸ਼ੀਆਂ ਭਰੇ ਕਿਨਾਰੇ, ਜਿਉਂ ਗਿੱਧੇ ਵਿੱਚ ਨੱਚਣ ਕੁੜੀਆਂ ਫਸਲਾਂ ਲੈਣ ਹੁਲਾਰੇ, ਭੰਗੜਾ ਪਾ ਮੁੰਡਿਆ ਤੈਨੂੰ ਕਣਕ ਸੈਨਤਾ ਮਾਰੇ। ਸੋ ਇੱਦਾਂ ਦੀਆਂ ਕਈ ਬੋਲੀਆਂ ਨੇ ਜਿਹੜੀਆਂ ਕਿ ਭੰਗੜੇ ਦੌਰਾਨ ਪਾਈਆਂ ਜਾਂਦੀਆਂ। ਵਣਜਾਰਾ ਬੇਦੀ ਭੰਗੜੇ ਬਾਰੇ ਆਪਣੇ ਵਿਚਾਰ ਦੱਸਦੇ ਆ। ਇਹ ਨਾਚ ਇੱਕ ਮਹਾਂਕਾਵ ਹੈ। ਮਹਾਂਕਾਵ ਵਾਲੀ ਸਾਰੀ ਵਿਲੱਖਣਤਾ ਅਤੇ ਸੁਹਜ ਕਹਿੰਦੇ ਇਸ ਨਾਚ ਵਿੱਚ ਵੇਖਣ ਨੂੰ ਮਿਲਦਾ ਹੈ। ਔਰ ਭੰਗੜਾ ਸਾਰੀਆਂ ਜਾਤਾਂ ਧਰਮਾਂ ਵਰਗਾਂ ਦਾ ਸਾਂਝਾ ਨਾਚ ਹੈ ਔਰ ਇਹ ਇੱਕ ਕੌਮੀ ਨਾਚ ਵਜੋਂ ਉੱਭਰ ਕੇ ਸਾਹਮਣੇ ਆਉਂਦਾ। ਦੂਸਰਾ ਹੈ ਜੀ ਨਾਚ ਦੀ ਕਿਸਮ ਗਿੱਧਾ। ਗਿੱਧਾ ਪੰਜਾਬੀ ਮੁਟਿਆਰਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ। ਬੱਚੇ ਦੇ ਜਨਮ 'ਤੇ ਵਿਆਹ ਲੋਹੜੀ ਤਿਉਹਾਰਾਂ 'ਤੇ ਗਿੱਧੇ ਨੂੰ ਪਾਇਆ ਜਾਂਦਾ ਹੈ। ਔਰ ਸਾਵਣ ਦੇ ਵਿੱਚ ਤੀਆਂ ਦਾ ਤਿਉਹਾਰ ਜਿਹੜਾ ਹੁੰਦਾ ਉਹਦੇ ਵਿੱਚ ਵੀ ਗਿੱਧੇ ਨੂੰ ਪਾਇਆ ਜਾਂਦਾ ਔਰ ਇਹਨੂੰ ਤਾਂ ਗਿੱਧੇ ਦੀ ਰੁੱਤ ਕਿਹਾ ਜਾਂਦਾ। ਕਹਿੰਦੇ ਸਾਉਣ ਮਹੀਨੇ ਘਾਹ ਹੋ ਗਿਆ ਰੱਜੀ ਮੱਝੀ ਗਾਈ, ਗਿੱਧਿਆ ਪਿੰਡ ਵੜਵੇ ਲਾਂਭ ਲਾਂਭ ਨਾ ਗਈ। ਸੋ ਪਿੰਡ ਦੇ ਵਿੱਚ ਕਿਸੇ ਵੀ ਖੁੱਲ੍ਹੀ ਥਾਂ ਦੇ ਉੱਤੇ ਗਿੱਧਾ ਪਾਇਆ ਜਾ ਸਕਦਾ ਹੈ। ਔਰਤ ਦੇ ਮੁਟਿਆਰਾਂ ਦੇ ਮਨੋਭਾਵਾਂ ਨੂੰ ਇਹਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਵਣਜਾਰਾ ਬੇਦੀ ਕਹਿੰਦੇ ਆ ਗਿੱਧੇ ਵਿੱਚ ਮੁਟਿਆਰਾਂ ਦੀ ਆਤਮਾ ਸਾਹ ਲੈਂਦੀ ਹੈ, ਜੋਬਨ ਸਾਣ 'ਤੇ ਚੜ੍ਹਦਾ ਹੈ। ਇਹ ਨਾਚ ਉਹਨਾਂ ਦੇ ਅੰਤਰੀਵ ਭਾਵਾਂ ਦੀ ਧੜਕਦੀ ਤਸਵੀਰ ਹੈ। ਸੋ ਹੋਰ ਵੀ ਵਿਭਿੰਨ ਵਿਦਵਾਨ ਗਿੱਧੇ ਨੂੰ ਪਰਿਭਾਸ਼ਿਤ ਕਰਦੇ ਆ, ਆਪਣੇ ਵਿਚਾਰ ਦਿੰਦੇ ਆ। ਨਾਨਕੀਆਂ ਦਾਦਕੀਆਂ ਇਕੱਠੀਆਂ ਹੋ ਕੇ ਵਿਆਹ ਦੇ ਸਮੇਂ ਗਿੱਧੇ ਨੂੰ ਪਾਉਂਦੀਆਂ ਨੇ। ਜਿਹੜਾ ਗਿੱਧਾ ਜਦੋਂ ਢੋਲਕੀ ਦੇ ਲੋਕ ਸਾਜ਼ ਦੀ ਇਹਦੇ ਵਿੱਚ ਕਈ ਵਾਰ ਵਰਤੋਂ ਹੁੰਦੀ ਆ ਔਰ ਕਈ ਵਾਰ ਸਿਰਫ ਬੋਲੀਆਂ ਅਤੇ ਤਾੜੀ ਦੀ ਲੈਅ ਦੇ ਨਾਲ ਹੀ ਇਹਨੂੰ ਗਾਇਆ ਜਾਂਦਾ ਹੈ। ਗਿੱਧੇ ਦੇ ਵਿੱਚ ਵੀ ਵਿਭਿੰਨ ਬੋਲੀਆਂ ਜਿਹੜੀਆਂ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹਦੇ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਵੇਖਣ ਨੂੰ ਮਿਲਦਾ ਆ, ਮੋਹ ਪਿਆਰ ਵੀ ਦੇਖਣ ਨੂੰ ਮਿਲਦਾ ਆ। ਉਹਦੇ ਵਿੱਚ ਰੁੱਸਣ ਮਨਾਉਣ ਝਗੜਾ ਇਹੋ ਜਿਹੀਆਂ ਚੀਜ਼ਾਂ ਵੀ ਮਿਲਦੀਆਂ। ਕਈ ਵਾਰ ਵਿਅੰਗ ਵੀ ਕੱਸੇ ਜਾਂਦੇ ਆ।
ਸੋ ਹਰ ਜਾਤ ਦੀ ਔਰਤ ਬਿਨਾਂ ਕਿਸੇ ਜਾਤ ਪਾਤ ਦੇ ਵਿਤਕਰੇ ਦੇ ਹਰ ਕਿਸੇ ਦਾ ਸਾਂਝਾ ਨਾਚ ਹੈ ਗਿੱਧਾ। ਸਾਰੇ ਇਹਨੂੰ ਇਕੱਠਾ ਹੋ ਕੇ ਇੱਕ ਲੋਕ ਸਮੂਹ ਦੇ ਵਿੱਚ ਇਹਨੂੰ ਨੱਚਿਆ ਜਾਂਦਾ ਹੈ। ਅੱਗੇ ਹੈ ਜੀ ਝੂਮਰ। ਇਹ ਸੰਦਲਬਾਰ ਦੇ ਮਰਦਾਂ ਦਾ ਲੋਕ ਨਾਚ ਹੈ। ਇਸ ਵਿੱਚ ਸ਼ੇਖੂਪੁਰਾ, ਲਾਇਲਪੁਰ, ਮਿੰਟਗੁਮਰੀ ਅਤੇ ਝੰਗ ਇਹ ਵਾਲੇ ਇਲਾਕੇ ਖਾਸ ਤੌਰ 'ਤੇ ਆਉਂਦੇ ਆ। ਸਮੂਹ ਦੇ ਵਿੱਚ ਇਸ ਨਾਚ ਨੂੰ ਨੱਚਿਆ ਜਾਂਦਾ ਹੈ ਔਰ ਝੂਮਰ ਲੋਕ ਨਾਚ ਲਈ ਢੋਲ ਦਾ ਸਾਜ਼ ਜ਼ਰੂਰੀ ਹੈ। ਮਰਦਾਂ ਤੀਵੀਆਂ ਨੂੰ ਇਕੱਤਰ ਕਰਨ ਦਾ ਵੱਡਾ ਵਸੀਲਾ ਢੋਲ ਦੇ ਡਗੇ ਦੀ ਆਵਾਜ਼ ਹੈ। ਜਦੋਂ ਵਜਾਇਆ ਜਾਂਦਾ ਹੈ ਤਾਂ ਸਾਰੇ ਇਕੱਠੇ ਹੁੰਦੇ ਆ। ਭੰਗੜੇ ਦੇ ਟਾਕਰੇ ਤੇ ਝੂਮਰ ਵਿੱਚ ਸਰੀਰਕ ਅੰਗਾਂ, ਬਾਹਾਂ, ਲੱਤਾਂ, ਹੱਥਾਂ, ਪੈਰਾਂ ਨੂੰ ਕੋਮਲ ਰੂਪ ਦੇ ਵਿੱਚ ਜਿਹੜੀ ਪ੍ਰਕਿਰਿਆ ਹੁੰਦੀ ਹੈ, ਇਹਦੀ ਜੋਸ਼ ਜਿਹੜਾ ਭੰਗੜੇ ਵਿੱਚ ਵੇਖਣ ਨੂੰ ਮਿਲਦਾ ਉਹ ਚੀਜ਼ ਝੂਮਰ ਦੇ ਵਿੱਚ ਘੱਟ ਹੁੰਦੀ ਹੈ। ਇਹ ਕੋਮਲ ਰੂਪ ਦਾ ਪ੍ਰਗਟਾਵਾ ਹੈ। ਇਹਦੀ ਜਿਹੜੀ ਪ੍ਰਕਿਰਿਆ ਉਹ ਹੌਲੀ ਹੌਲੀ ਲੱਤਾਂ, ਬਾਹਾਂ, ਅੰਗਾਂ ਦਾ ਹੌਲੀ ਹੌਲੀ ਲਹਿਰਾਓ ਦੇ ਰੂਪ ਵਿੱਚ ਇਹਦੀ ਪੇਸ਼ਕਾਰੀ ਜਿਹੜੀ ਉਹ ਕੀਤੀ ਜਾਂਦੀ ਹੈ। ਔਰ ਇਹਦੇ ਜਿਹੜੇ ਬੋਲੀਆਂ ਹੁੰਦੀਆਂ ਆ ਜਿਹੜੀਆਂ ਭੰਗੜੇ 'ਚ ਪਾਉਂਦੇ ਆ, ਗਿੱਧੇ 'ਚ ਵੀ ਪਾਈਆਂ ਜਾਂਦੀਆਂ, ਪਰ ਝੂਮਰ ਦੇ ਵਿੱਚ ਜਿਹੜੀਆਂ ਪਾਈਆਂ ਜਾਂਦੀਆਂ ਉਹ ਗੀਤ ਜ਼ਿਆਦਾ ਲੰਬੇ ਗੀਤ ਹੁੰਦੇ ਆ। ਸੋ ਝੂਮਰੀ ਨਾਚ ਜਾਂ ਪੂਰਬੀ ਪੰਜਾਬ ਦੇ ਭੰਗੜੇ ਦੀਆਂ ਝੂਮਰੀ ਚਾਲਾਂ ਉੱਪਰ ਪ੍ਰਤੱਖ ਪ੍ਰਭਾਵ ਨਜ਼ਰ ਵੀ ਆਉਂਦਾ। ਕੁਛ ਇੱਦਾਂ ਦੀਆਂ ਪ੍ਰਕਿਰਿਆਵਾਂ, ਕੁਛ ਇੱਦਾਂ ਦੀਆਂ ਹਰਕਤਾਂ, ਕੁਛ ਇਹੋ ਜਿਹੀਆਂ ਪੇਸ਼ਕਾਰੀਆਂ ਹੈਗੀਆਂ ਜਿਹੜੀਆਂ ਭੰਗੜੇ ਦੇ ਵਿੱਚ ਅਤੇ ਝੂਮਰ ਦੇ ਵਿੱਚ ਲਗਭਗ ਸੇਮ ਮਿਲਦੀਆਂ ਨੇ। ਅੱਗੇ ਹੈ ਜੀ ਸੰਮੀ। ਸੰਮੀ ਮੁਟਿਆਰਾਂ ਦਾ ਨਾਚ ਹੈ। ਕਿਹਾ ਜਾਂਦਾ ਹੈ ਕਿ ਇਹ ਨਾਚ ਇੱਕ ਕੁੜੀ ਸੀ ਜਿਹਦਾ ਨਾਮ ਸੰਮੀ ਸੀ ਔਰ ਉਹ ਆਪਣੀ ਮਾਹੀ ਦੀ ਯਾਦ ਵਿੱਚ ਮਸਤ ਹੋ ਕੇ ਨੱਚਿਆ ਕਰਦੀ ਸੀ। ਉਹਦੇ ਵਿਛੋੜੇ ਦੇ ਵਿੱਚ, ਉਹਦੇ ਬਿਰਹਾ ਦੇ ਵਿੱਚ ਨੱਚਿਆ ਕਰਦੀ ਸੀ। ਸੰਮੀ ਨੱਚਣ ਵੇਲੇ ਹੋਰ ਲੋਕ ਨਾਚ ਵਾਂਗ ਕੁੜੀਆਂ ਘੇਰੇ ਵਿੱਚ ਖਲੋ ਜਾਂਦੀਆਂ ਆ ਅਤੇ ਬਾਹਾਂ ਵਿੱਚ ਬਾਹਾਂ ਪਾ ਕੇ ਪੈਰ ਦੀ ਧਮਕ ਨਾਲ ਤਾਲ ਦਿੰਦੀਆਂ ਆ, ਗਾਉਂਦੀਆਂ ਆ ਅਤੇ ਸਮੂਹਕ ਰੂਪ ਦੇ ਵਿੱਚ ਇਹ ਜਿਹੜਾ ਨਾਚ ਹੈ ਨੱਚਿਆ ਜਾਂਦਾ। ਲੁੱਡੀ ਖੁਸ਼ੀ ਭਰਿਆ ਨਾਚ ਹੈ। ਜਿਵੇਂ ਕਿਹਾ ਜਾਂਦਾ ਕਿ ਕੋਈ ਬੰਦਾ ਖੁਸ਼ੀ ਦੇ ਵਿੱਚ ਲੁੱਡੀ ਪਾਉਂਦਾ ਆ, ਉਸੇ ਤਰ੍ਹਾਂ ਲੁੱਡੀ ਪਾਉਣ ਲਈ ਢੋਲੀ ਨੂੰ ਸੱਦਿਆ ਜਾਂਦਾ ਹੈ। ਉਹ ਤਾਲ ਵਜਾਉਂਦਾ ਹੈ, ਢੋਲ ਵਜਾਉਂਦਾ ਹੈ। ਫਿਰ ਅੱਖਾਂ ਮਟਕਾ ਕੇ ਤਾੜੀਆਂ ਮਾਰਦੇ ਹੋਏ, ਮੋਢੇ ਲੱਕ ਲਚਕਾਉਂਦੇ ਹੋਏ ਇਸ ਨਾਚ ਨੂੰ ਨੱਚਿਆ ਜਾਂਦਾ ਅਤੇ ਵੰਨ ਸੁਵੰਨੀਆਂ ਆਵਾਜ਼ਾਂ ਮੂੰਹ ਦੇ ਵਿੱਚੋਂ ਕੱਢੀਆਂ ਜਾਂਦੀਆਂ। ਕਿੱਕਲੀ ਇਸਤਰੀਆਂ ਦਾ ਲੋਕ ਨਾਚ ਹੈ। ਜ਼ਿਆਦਾਤਰ ਛੋਟੀਆਂ ਕੁੜੀਆਂ ਇਹਨੂੰ ਨੱਚਦੀਆਂ ਨੇ। ਵੱਡੀਆਂ ਕੁੜੀਆਂ ਵੀ ਤੀਆਂ ਦੇ ਦੌਰਾਨ ਜਾਂ ਫਿਰ ਜਦੋਂ ਗਿੱਧਾ ਪਾਇਆ ਜਾਂਦਾ ਤਾਂ ਉਸ ਦੇ ਦੌਰਾਨ ਵੀ ਕਿੱਕਲੀ ਜਿਹੜੀ ਉਹ ਪਾਈ ਜਾਂਦੀ ਆ। ਛੋਟੀਆਂ ਕੁੜੀਆਂ ਖੁਸ਼ੀ ਵਿੱਚ ਖੇਡਦੀਆਂ ਕਿੱਕਲੀ ਪਾਉਣ ਲੱਗ ਪੈਂਦੀਆਂ ਆ। ਦੋ ਕੁੜੀਆਂ ਆਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਨਾਲ ਇਵੇਂ ਫੜ ਲੈਂਦੀਆਂ ਜਿਵੇਂ ਲੋਕ ਹੱਥ ਮਿਲਾਉਂਦੇ ਆ। ਫਿਰ ਆਪਣੇ ਪੈਰਾਂ ਨੂੰ ਮਿਲਾ ਕੇ ਘੁੰਮਦੀਆਂ ਨੇ, ਆਪਣਾ ਸਾਰਾ ਸਰੀਰ ਪਿੱਛੇ ਨੂੰ ਸੁੱਟ ਲੈਂਦੀਆਂ ਨੇ, ਘੁੰਮਦੀਆਂ ਨੇ ਅਤੇ ਵੰਨ ਸੁਵੰਨੇ ਗੀਤ ਜਿਹੜੇ ਇਸ ਦੌਰਾਨ ਗਾਏ ਜਾਂਦੇ ਆ ਕਿੱਕਲੀ ਦੇ ਦੌਰਾਨ। ਸਮੁੱਚੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਨਾਚ ਸਮਾਜਿਕ ਹੈ ਔਰ ਇਹਨਾਂ ਵਿੱਚ ਸਾਰੇ ਵਰਗਾਂ ਦੇ ਲੋਕ ਸਮੂਹਕ ਰੂਪ ਵਿੱਚ ਹਿੱਸਾ ਲੈਂਦੇ ਆ। ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਨੇ, ਸਿੱਧੇ ਸਾਦੇ ਨੇ। ਕਿਸੇ ਖਾਸ ਪੋਸ਼ਾਕ ਦੀ, ਕਿਸੇ ਖਾਸ ਸਾਜ਼ ਦੀ, ਕਿਸੇ ਖਾਸ ਧਰਮ ਦੀ, ਵਰਗ ਦੀ ਇੱਦਾਂ ਦੀ ਬੰਦਿਸ਼ ਤੋਂ ਬਿਨਾਂ ਇਹਨਾਂ ਨਾਚਾਂ ਨੂੰ ਨੱਚਿਆ ਜਾਂਦਾ। ਲੋਕ ਨਾਚ ਨੇ ਸੋ ਲੋਕਾਂ ਦੇ ਨੇ, ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਦੇ ਪ੍ਰਤੀਕ ਨੇ। ਸੋ ਲੋਕ ਨਾਚ ਲੋਕ ਮਨ ਦੇ ਬਹੁਤ ਨੇੜੇ ਨੇ ਅਤੇ ਲੋਕ ਮਨ ਦੇ ਭਾਵਾਂ ਦਾ ਇੱਕ ਵਧੀਆ ਪ੍ਰਗਟਾਵਾ ਕਹੇ ਜਾ ਸਕਦੇ। ਉਮੀਦ ਕਰਦੀ ਹਾਂ ਇਸ ਲੈਕਚਰ ਤੋਂ ਤੁਹਾਨੂੰ ਲੋਕ ਨਾਚਾਂ ਬਾਰੇ ਭਰਪੂਰ ਜਾਣਕਾਰੀ ਮਿਲੀ ਹੋਵੇਗੀ। ਸ਼ੁਕਰੀਆ, ਧੰਨਵਾਦ।